ਜਿੱਥੇ ਗੱਲ ਆਉਂਦੀ ਹੈ ਦੀਪ ਸਿੱਧੂ ਦੀ, ਮੇਰਾ ਉਹਨਾਂ ਦੇ ਨਾਲ ਕੋਈ ਪਰਸਨਲ ਗਰਜ ਨਹੀਂ ਹੈਗਾ, ਨਾ ਹੀ ਮੇਰਾ ਕੋਈ ਪਰਸਨਲ ਗਰਜ ਲੱਖੀ ਸਿਧਾਣੇ ਦੇ ਨਾਲ ਹੈ। ਕੀ ਗੱਲ ਉਹਨਾਂ ਦਾ ਯੋਗਦਾਨ ਘੱਟ ਸੀਗਾ ਇਸ ਅੰਦੋਲਨ ਦੇ ਵਿੱਚ? ਨਹੀਂ ਨਾ, ਉਹਨਾਂ ਦਾ ਵੀ ਨਾਮ ਹੋਣਾ ਚਾਹੀਦਾ ਆ। ਭਰਾਓ ਹੀਰੋ 3 ਘੰਟੇ ਤਿਹਾੜ ਜੇਲ੍ਹ ਦੇ ਬਾਹਰ ਸੋਨੀਆ ਮਾਨ ਹੀ ਸੀਗੀ ਜਿਹੜੀ ਬਹਿ ਕੇ ਆਈ। ਜੇ ਮੈਂ ਕਿਸਾਨ ਜਥੇਬੰਦੀਆਂ ਦੇ ਜੇ ਖਿਲਾਫ ਜਾ ਕੇ ਮੈਂ ਕੋਈ ਆਪ ਉਦਰੀ ਬਣ ਕੇ ਕੁਛ ਵੀ ਉੱਤੇ ਡਿਸੀਜਨ ਮੇਕਿੰਗ ਕਰਨੀ ਸ਼ੁਰੂ ਕਰਦਾ ਜਾਂ ਕੁਛ ਵੀ ਕਰਨਾ ਸ਼ੁਰੂ ਕਰਦਾ ਤੇ ਉਹਦੀ ਜ਼ਿੰਮੇਵਾਰ ਕੌਣ ਆ? ਉਹਦੀ ਜ਼ਿੰਮੇਵਾਰੀ ਜੇ ਮੈਂ ਕਿਹਾ ਹਾਂ 26 ਤਰੀਕ ਨੂੰ ਮੈਂ ਸਭ ਤੋਂ ਅੱਗੇ ਜਾਊਂਗੀ ਟਿੱਕਰੀ ਬਾਰਡਰ ਤੇ, ਕੋਈ ਇਹੋ ਜਿਹਾ ਬੰਦਾ ਮੈਨੂੰ ਦੱਸ ਦੇ ਵੀ ਜਿੰਨੇ ਕਿਹਾ ਹੋਵੇ ਕਿ ਸੋਨੀਆ ਮਾਨ ਕੰਮ ਕਰਦਾ ਤਾਂ ਦੋ ਗਾਲਾਂ ਕੱਢਦੇ ਹੋ ਤੁਸੀਂ ਲੋਕੀ। ਜੇ ਕੋਈ ਇਨਸਾਨ ਨਾ ਉੱਠ ਕੇ ਘਰੋਂ ਆਵੇ ਤਾਂ ਤੁਸੀਂ ਗਾਲਾਂ ਕੱਢਦੇ ਹੋ। ਮਤਲਬ ਯੂ نو। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੇ ਲਾਈਵ ਆਉਣ ਦੇ ਪਿੱਛੇ ਅੱਜ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕੀ ਮੈਨੂੰ ਬਹੁਤ ਸਾਰੇ ਕਮੈਂਟਸ ਕਰ ਰਹੇ ਸੀਗੇ ਔਰ ਉਹ ਸਾਰਿਆਂ ਦਾ ਮੈਂ ਜਵਾਬ ਦੇਣਾ ਚਾਹੁੰਦੀ ਸੀਗੀ ਇਸ ਲਾਈਵ ਦੇ ਥਰੂ। ਸੋ ਬੇਸਿਕਲੀ ਜਿਹੜੀ ਕੱਲ ਮੈਂ ਸਪੀਚ ਦਿੱਤੀ ਹੈ ਔਰ ਜੋ ਮੈਂ ਸਪੀਚ ਦੇ ਵਿੱਚ ਬੋਲਿਆ ਹੈ ਔਰ ਉਹ ਸਪੀਚ ਦੇਣ ਵਾਸਤੇ ਨਾ ਤੇ ਮੈਨੂੰ ਕਿਸੇ ਕਿਸਾਨ ਜਥੇਬੰਦੀਆਂ ਨੇ ਕਿਹਾ ਔਰ ਨਾ ਹੀ ਮੈਨੂੰ ਕਿਸੇ ਨੇ ਪੋਲੀਟੀਕਲ ਪ੍ਰੈਸ਼ਰ ਦਿੱਤਾ, ਕਿਉਂਕਿ ਮੈਂ ਹਮੇਸ਼ਾ ਹੀ ਪੋਲੀਟੀਸ਼ੀਅਨਸ ਦੇ ਖਿਲਾਫ ਬੋਲਦੀ ਹਾਂ ਔਰ ਸ਼ੁਰੂ ਤੋਂ ਬੋਲਦੀ ਹਾਂ ਔਰ ਹੁਣ ਵੀ ਬੋਲੂੰਗੀ, ਅੱਗੇ ਵੀ ਬੋਲੂੰਗੀ ਔਰ ਹਮੇਸ਼ਾ ਸੱਚ ਬੋਲੂੰਗੀ ਔਰ ਸੱਚ ਦਾ ਸਾਥ ਹੀ ਦਊਂਗੀ। ਔਰ ਮੈਨੂੰ ਕਦੀ ਕਿਸੇ ਕਿਸਾਨ ਜਥੇਬੰਦੀ ਨੇ ਨਹੀਂ ਕਿਹਾ ਵੀ ਤੁਸੀਂ ਬੇਟਾ ਆ ਬੋਲੋ ਜਾਓ ਬੋਲੋ। ਮੈਨੂੰ ਕਿਸੇ ਵਾਲੇ ਕੋਈ ਗੱਲ ਨਹੀਂ ਹੈ। ਇਹ ਮੇਰੀ ਖੁਦ ਦੀ ਅੰਦਰ ਦੀ ਜਿਹੜੀ ਗੱਲ ਸੀਗੀ ਉਹ ਮੈਂ ਰੱਖੀ ਸੀਗੀ ਔਰ ਉਹਦੇ ਪਿੱਛੇ ਇਹ ਇੰਪੋਰਟੈਂਟ ਸੀਗਾ ਸਭ ਤੋਂ ਜ਼ਿਆਦਾ ਕਿ ਮੈਂ ਕਿਸਾਨ ਜਥੇਬੰਦੀਆਂ ਬਾਰੇ ਇਸ ਕਰਕੇ ਚੰਗਾ ਬੋਲਣਾ ਚਾਹੁੰਦੀ ਹਾਂ ਕਿਉਂਕਿ ਜੇ ਕਿਸੇ ਦਾ ਵੀ ਕੋਈ ਆਪਣਾ ਮਤਭੇਦ ਹੈਗਾ ਆ ਕਿਸਾਨ ਜਥੇਬੰਦੀਆਂ ਦੇ ਲੀਡਰਸ ਨੂੰ ਲੈ ਕੇ ਤੇ ਉਹਨਾਂ ਨੂੰ ਉਹ ਗੱਲ ਜਾ ਕੇ ਉਹਨਾਂ ਦੇ ਨਾਲ ਪਰਸਨਲੀ ਤੌਰ ਤੇ ਕਰਨੀ ਚਾਹੀਦੀ ਆ, ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਗਲਤ ਕਹਿਣਾ ਚਾਹੀਦਾ ਆ, ਕਿਉਂਕਿ ਉਹ ਸਾਡੇ ਵਾਸਤੇ ਟੇਬਲ ਟਾਕ ਕਰਦੇ ਆ ਗਵਰਨਮੈਂਟ ਦੇ ਨਾਲ। ਉਹ ਬਹੁਤ ਵੱਡੀ ਗੱਲ ਆ। ਜੇ ਆਪਾਂ ਹੀ ਅੱਜ ਆਪਣੇ ਕਿਸਾਨ ਜਥੇਬੰਦੀਆਂ ਦੇ ਲੀਡਰਸ ਦੀ ਰਿਸਪੈਕਟ ਨਹੀਂ ਕਰਾਂਗੇ ਤੇ ਉਹ ਗਵਰਨਮੈਂਟ ਕਿੱਥੋਂ ਕਰ ਲੂਗੀ ਯਾਰ? ਤੁਸੀਂ ਇਹ ਤੇ ਸੋਚੋ ਵੀ ਜਿੰਨੇ ਸਾਡੇ ਬਜ਼ੁਰਗ ਬੈਠੇ ਆ, ਸਾਡੀਆਂ ਮਾਵਾਂ ਬੈਠੀਆਂ ਨੇ, ਉਹ ਤੇ ਕਿਹਦੇ ਵੱਲ ਵੇਖਦੀਆਂ ਨੇ? ਉਹ ਇਹ ਵੇਖਦੀਆਂ ਨੇ ਵੀ ਹਾਂ ਕਿਸਾਨ ਜਥੇਬੰਦੀਆਂ ਦੀ ਕੋਈ ਮੀਟਿੰਗ ਹੋਊਗੀ, ਕੋਈ ਕੁਛ ਕੰਕਰੀਟ ਹੋਊਗਾ ਉਹਦੇ ਵਿੱਚੋਂ। ਜੇ ਆਪਾਂ ਹੀ ਉਹਨਾਂ ਨੂੰ ਗਾਲਾਂ ਕੱਢਾਂਗੇ ਜਾਂ ਆਪਾਂ ਹੀ ਇਹੋ ਜਿਹੀਆਂ ਗੱਲਾਂ ਕਰਾਂਗੇ ਤੇ ਫਿਰ ਗਵਰਨਮੈਂਟ ਉਹਨਾਂ ਨੂੰ ਸੀਰੀਅਸ ਕਿਵੇਂ ਲਊਗੀ? ਆਪਣੀਆਂ ਚੀਜ਼ਾਂ ਕਿਵੇਂ ਸੌਰਟ ਆਊਟ ਹੋਣਗੀਆਂ? ਫਿਰ ਤੇ ਆਪਾਂ ਇੱਥੇ ਬੈਠੇ ਰਵਾਂਗੇ ਅਸੀਂ ਇਸੇ ਤਰੀਕੇ ਦੇ ਨਾਲ ਅੰਦੋਲਨ ਦੇ ਵਿੱਚ। ਵੇਖੋ ਜਿੱਥੇ ਗੱਲ ਆਉਂਦੀ ਹੈ ਦੀਪ ਸਿੱਧੂ ਦੀ, ਮੇਰਾ ਉਹਨਾਂ ਦੇ ਨਾਲ ਕੋਈ ਪਰਸਨਲ ਗਰਜ ਨਹੀਂ ਹੈਗਾ। ਮੇਰਾ ਨਾ ਹੀ ਉਹਨਾਂ ਦੇ ਨਾਲ ਕਿਸੇ ਤਰੀਕੇ ਦੀ ਪਰਸਨਲ ਮੇਰੀ ਕੋਈ ਲੜਾਈ ਆ ਉਹਨਾਂ ਦੇ ਨਾਲ, ਮੈਂ ਕਦੀ ਉਹਨਾਂ ਨਾਲ ਕੋਈ ਗੱਲ ਵਾਰਤਾਲਾਪ ਕੀਤੀ ਹੋਵੇ ਇਹੋ ਜੀ, ਨਾ ਹੀ ਮੇਰਾ ਕੋਈ ਪਰਸਨਲ ਗਰਜ ਲੱਖੀ ਸਿਧਾਣੇ ਦੇ ਨਾਲ ਹੈ। ਮੈਂ ਤੇ ਹਮੇਸ਼ਾ ਹੀ ਉਹ ਸਾਡੇ ਨਾਲ ਚੱਲਿਆ, ਉਹਨਾਂ ਨੇ ਮੈਨੂੰ ਇੱਜ਼ਤ ਦਿੱਤੀ ਹੈ, ਮੈਂ ਉਹਨਾਂ ਨੂੰ ਇੱਜ਼ਤ ਦਿੱਤੀ ਹੈ। ਮੇਰਾ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਪਰਸਨਲ ਗਰਜ ਨਹੀਂ ਹੈ। ਭਾਵੇਂ ਤੁਸੀਂ ਦੀਪ ਨੂੰ ਇਹ ਗੱਲ ਪੁੱਛ ਲਓ ਮੇਰੀ ਉਹਦੇ ਨਾਲ ਕੀ ਲੜਾਈ ਹੈ ਵੱਖਰੀ ਕਿਸੇ ਵੀ ਤਰ੍ਹਾਂ ਦੀ, ਔਰ ਨਾ ਹੀ ਮੇਰੀ ਲੱਖੀ ਵੀਰੇ ਦੇ ਨਾਲ ਕੋਈ ਵੱਖਰੀ ਲੜਾਈ ਹੈ, ਉਹਨਾਂ ਨੂੰ ਪੁੱਛ ਲਿਓ। ਅਸੀਂ ਸਗੋਂ ਨਾਲ ਚੱਲਦੇ ਸੀਗੇ, ਬਟ ਵਿਚਾਰਾਂ ਦੇ ਤੁਹਾਡੇ ਮਤਭੇਦ ਵੱਖਰੇ ਹੋ ਸਕਦੇ ਆ, ਤੁਹਾਡੀਆਂ ਵੱਖਰੀਆਂ ਗੱਲਾਂ ਹੋ ਸਕਦੀਆਂ ਆ, ਤੁਹਾਡਾ ਵੱਖਰਾ ਸੋਚਣ ਦਾ ਤਰੀਕਾ ਹੋ ਸਕਦਾ ਆ, ਤੁਸੀਂ ਵੱਖਰਾ ਸੋਚ ਸਕਦੇ ਹੋ ਇੱਕ ਦੂਜੇ ਤੋਂ, ਹਨਾ। ਹੁਣ ਗੱਲ ਰਹੀ ਜਿਹੜੀ ਮੈਂ ਗੱਲ ਕੀਤੀ ਹੈ ਕੱਲ, ਮੈਂ ਗੱਲ ਮੇਰੇ ਕਰਨ ਦਾ ਮਤਲਬ ਕੀ ਹੈ, ਉਹ ਗੱਲ ਰੱਖਣ ਦਾ ਕੀ ਮਤਲਬ ਹੈ? ਵੇਖੋ ਜੇ ਮੈਨੂੰ ਕੰਸਰਨ ਨਾ ਹੋਵੇ ਲੋਕਾਂ ਦਾ, ਜਿਹੜੇ ਸਾਡੇ ਮੇਰੇ ਜਿੰਨੇ ਵੀ ਸਾਡੇ ਭਰਾ ਜੇਲ੍ਹਾਂ ਦੇ ਅੰਦਰ ਗਏ ਆ ਜਾਂ ਮੇਰੇ ਜਿਹੜੇ ਬਾਪੂ ਜੇਲ੍ਹਾਂ ਦੇ ਅੰਦਰ ਗਏ ਆ, ਜੇ ਮੈਨੂੰ ਨਾ ਕੰਸਰਨ ਹੋਵੇ ਤੇ ਮੈਂ ਤਿਹਾੜ ਜੇਲ੍ਹ ਜਾਵਾਂ? ਮੈਨੂੰ ਕੀ ਮਤਲਬ ਆ? ਪਹਿਲੀ ਗੱਲ, ਮੈਨੂੰ ਕੀ ਮਤਲਬ ਆ ਕਿ ਮੈਂ ਤਿਹਾੜ ਜੇਲ੍ਹ ਜਾਵਾਂ, ਉੱਥੇ 3 ਘੰਟੇ ਬਾਹਰ ਮੈਂ ਵੇਟ ਕਰਾਂ, ਮੈਨੂੰ 3 ਘੰਟੇ ਬਾਹਰ ਮੈਨੂੰ ਉੱਥੇ ਅੰਦਰ ਨਾ ਜਾਣ ਦਿੱਤਾ ਜਾਵੇ? ਐਗਜ਼ੈਕਟਲੀ ਮੈਂ ਕਿਉਂ ਜਾਊਂਗੀ ਉੱਥੇ? ਮੈਨੂੰ ਕੀ ਲੋੜ ਪਈ ਆ ਕਿ ਮੈਂ 3 ਘੰਟੇ ਬਾਹਰ ਜੇਲ੍ਹ ਦੇ ਬਾਹਰ ਜਾ ਕੇ ਧੱਕੇ ਖਾਵਾਂ? ਮੈਨੂੰ ਕੀ ਲੋੜ ਪਈ ਆ ਕਿ ਮੈਂ ਆਪਣਾ ਕਰੀਅਰ ਛੱਡ ਕੇ, ਆਪਣੀਆਂ ਫਿਲਮਾਂ ਛੱਡ ਕੇ, ਆਪਣਾ ਕੰਮ ਛੱਡ ਕੇ ਮੈਂ ਇੱਥੇ ਬਵਾਂ ਟਿੱਕਰੀ ਬਾਰਡਰ ਦੇ ਵਿੱਚ ਟੈਂਟ ਦੇ ਵਿੱਚ ਆ ਕੇ ਰਵਾਂ? ਕਿਉਂ ਰਵਾਂ ਮੈਂ? ਆ ਸਾਰਾ ਕੁਝ ਕਿਉਂ ਕਰਾਂ? ਮੈਨੂੰ ਜੇ ਦੁੱਖ ਤਕਲੀਫ ਹੈਗਾ ਆ ਆਪਣੇ ਕਿਸਾਨਾਂ ਵਾਸਤੇ ਤਾਂ ਦੀ ਮੈਂ ਇੱਥੇ ਬੈਠੀ ਆ, ਨਹੀਂ ਤੇ ਮੈਨੂੰ ਕੀ ਲੋੜ ਪਈ ਆ ਇਹ ਸੋਸ਼ਲ ਵਰਕ ਕਰਨ ਦੀ? ਕਿਉਂ ਨਹੀਂ ਬਾਕੀ ਲੋਕੀ ਕਰ ਲੈਂਦੇ? ਕਿਉਂ ਨਹੀਂ ਬਾਕੀ ਐਕਟ੍ਰੈਸਸ ਕਰ ਲੈਂਦੀਆਂ ਜਿਹੜੀਆਂ ਆਪਣੀ ਲਗਜ਼ਰੀ ਜ਼ਿੰਦਗੀ ਜੀ ਰਹੀਆਂ ਨੇ, ਆਪਣੇ ਘਰ ਏਸੀ ਕਮਰਿਆਂ ਦੇ ਵਿੱਚ ਬੈਠੀਆਂ ਆ? ਹੁਣ ਗਰਮੀ ਆਉਣੀ ਨਾ, ਪਤਾ ਲੱਗਣਾ ਕਿ ਕੌਣ ਬਾਹਰ ਨਿਕਲਦਾ ਕੌਣ ਨਹੀਂ। ਕਿਉਂ ਮੈਂ ਠੰਡ ਦੇ ਵਿੱਚ ਇੱਥੇ ਲੋਕੀ ਘਰ ਰਜਾਈਆਂ ਦੇ ਵਿੱਚ ਨਿੱਗੇ ਹੋ ਕੇ ਹੀਟਰ ਲਾ ਕੇ ਪਏ ਆ, ਮੈਂ ਇੱਥੇ ਠੰਡ ਦੇ ਵਿੱਚ ਰਾਤ ਨੂੰ ਤੁਰੀ ਫਿਰਦੀ ਆ, ਸਾਰਿਆਂ ਦੇ ਨਾਲ ਗੱਲਾਂ ਕਰਦੀਆਂ? ਕਿਉਂ? ਮੈਨੂੰ ਕੀ ਲੋੜ ਪਈ ਆ? ਮੈਂ ਕਿਉਂ ਕਰਾਂ ਇਹ ਸਾਰਾ ਕੁਝ? ਇਹ ਮੈਂ
ਜੇ ਕੋਈ ਇਨਸਾਨ ਚੰਗਾ ਕੰਮ ਕਰਦਾ ਤਾਂ ਦੋ ਗਾਲਾਂ ਕੱਢਦੇ ਹੋ ਤੁਸੀਂ ਲੋਕੀ, ਜੇ ਕੋਈ ਇਨਸਾਨ ਨਾ ਉੱਠ ਕੇ ਘਰੋਂ ਆਵੇ ਤਾਂ ਤੁਸੀਂ ਗਾਲਾਂ ਕੱਢਦੇ ਹੋ। ਮਤਲਬ ਇੱਕ ਬੰਦੇ ਦਾ ਨਾ ਮੋਰਲ ਵੈਲਿਊ ਜਿਹੜੀ ਆ ਨਾ ਅੰਦਰੋਂ ਟੁੱਟ ਜਾਂਦੀ ਆ। ਤੁਸੀਂ ਸੋਚਦੇ ਇੰਨਾ ਕਰਨ ਦੇ ਬਾਵਜੂਦ ਵੀ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਆ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਜੇ ਕਿਹਾ ਸੀਗਾ ਕਿ ਮੈਂ ਦਿੱਲੀ ਜਾਊਂਗੀ, ਮੈਂ ਦਿੱਲੀ ਆ ਕੇ ਬੈਠੀ, ਜਾਂ ਮੈਂ ਆਪਣੀ ਕਿਸੇ ਗੱਲ ਤੋਂ ਮੁੱਕਰੀ ਹੋਵਾਂ, ਮੈਂ ਜੋ ਕਿਹਾ ਮੇਰੇ ਕਹਿਣ ਚ ਤੇ ਕਰਨ ਦੇ ਵਿੱਚ ਕੋਈ ਅੰਤਰ ਨਹੀਂ ਆਇਆ ਕਦੀ ਵੀ। ਜੇ ਮੈਂ ਕਿਹਾ ਹਾਂ 26 ਤਰੀਕ ਨੂੰ ਮੈਂ ਸਭ ਤੋਂ ਅੱਗੇ ਜਾਊਂਗੀ, ਟਿੱਕਰੀ ਬਾਰਡਰ ਤੇ ਕੋਈ ਇਹੋ ਜਿਹਾ ਬੰਦਾ ਮੈਨੂੰ ਦੱਸ ਦੇ ਵੀ ਜਿੰਨੇ ਕਿਹਾ ਹੋਵੇ ਕਿ ਸੋਨੀਆ ਮਾਨ 26 ਤਰੀਕ ਨੂੰ ਜਿੱਦਣ ਸਭ ਤੋਂ ਜ਼ਿਆਦਾ ਖਤਰਨਾਕ ਚੀਜ਼ ਸੀਗੀ, ਮੇਰੀ ਮਾਂ ਕਹਿੰਦੀ ਸੀਗੀ ਤੂੰ ਘਰ ਵਾਪਸ ਆ ਜਾ, ਮੈਂ ਸਭ ਤੋਂ ਅੱਗੇ ਹਾਂ, ਕਿਸਾਨ ਜਥੇਬੰਦੀਆਂ ਦੀ ਗੱਡੀ ਦੇ ਵੀ ਅੱਗੇ ਹਾਂ। ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜੇ ਕੋਈ ਵੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਮੇਰੇ ਤੇ ਆਊਗੀ, ਫਿਰ ਕਿਸੇ ਹੋਰ ਦੇ ਉੱਤੇ ਆਊਗੀ, ਜਾਂ ਫਿਰ ਮੈਂ ਜੇਲ੍ਹ ਦੇ ਵਿੱਚ ਨਾ ਗਈ ਹੋਵਾਂ ਆਪਣੇ ਭਰਾਵਾਂ ਨੂੰ ਮਿਲਣ ਵਾਸਤੇ, ਨਾ ਮੈਂ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਹੋਵੇ। ਮੈਨੂੰ ਨਹੀਂ ਸਮਝ ਲੱਗਦੀ ਕਿ ਲੋਕਾਂ ਨੂੰ ਸਮਝ ਨਹੀਂ ਲੱਗਦੀ, ਜਾਂ ਫਿਰ ਕੁਝ ਆਈਟੀ ਸੈੱਲ ਵਾਲੇ ਨੇ ਜਿਹੜੇ ਗਲਤ ਬੋਲਦੇ ਨੇ। ਮੈਨੂੰ ਕਦੀ ਕਿਸੇ ਨੇ ਨਹੀਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਬੋਲ, ਮੈਨੂੰ ਕਦੀ ਕਿਸੇ ਨੇ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਦਿੱਤਾ ਕਿਸੇ ਵੀ ਗੱਲ ਦਾ, ਮੈਨੂੰ ਕਦੀ ਕਿਸੇ ਨੇ ਕਿਸੇ ਗੱਲ ਵਾਸਤੇ ਨਹੀਂ ਕਿਹਾ ਕਿ ਇਹ ਗੱਲ ਕਰ। ਜੋ ਮੇਰੇ ਦਿਲ ਦੇ ਵਿੱਚ ਗੱਲ ਆਉਂਦੀ ਆ ਉਹ ਮੈਂ ਕਰਦੀ ਆ। ਪਰ ਹਾਂ ਮੈਂ ਇਹ ਵੀ ਗੱਲ ਕਹੀ ਆ ਵੀ ਜੇ ਮੈਂ ਕਿਸਾਨ ਜਥੇਬੰਦੀਆਂ ਦੇ ਜੇ ਖਿਲਾਫ ਜਾ ਕੇ ਮੈਂ ਕੋਈ ਆਪ ਹੁਦਰੀ ਬਣ ਕੇ ਕੁਛ ਵੀ ਉੱਤੇ ਡਿਸੀਜਨ ਮੇਕਿੰਗ ਕਰਨੀ ਸ਼ੁਰੂ ਕਰਦਾ ਜਾਂ ਕੁਛ ਵੀ ਕਰਨਾ ਸ਼ੁਰੂ ਕਰਦਾ ਤੇ ਉਹਦੀ ਜ਼ਿੰਮੇਵਾਰ ਕੌਣ ਆ? ਉਹਦੀ ਜ਼ਿੰਮੇਵਾਰ ਮੈਂ ਖੁਦ ਆ। ਉਹ ਮੈਂ ਕੀਤਾ, ਮੈਂ ਆਪਣੀ ਮਰਜ਼ੀ ਦੇ ਨਾਲ ਕੀਤਾ, ਉਹਦੀ ਜ਼ਿੰਮੇਵਾਰ ਮੈਂ ਆ, ਉਹਦੀ ਜ਼ਿੰਮੇਵਾਰ ਕਿਸਾਨ ਜਥੇਬੰਦੀਆਂ ਨਹੀਂ ਆ। ਫਿਰ ਕਿਉਂਕਿ ਜਦੋਂ ਉਹਨਾਂ ਨੇ ਮੈਨੂੰ ਜੇ ਰੋਕਿਆ ਵੀ ਅੱਗੇ ਖੂਹ ਆ ਉੱਥੇ ਛਾਲ ਡਿੱਗ ਜਾਏਗੀ ਅੱਗੇ ਜਾ ਕੇ, ਤੇ ਜੇ ਮੈਂ ਉਹ ਛਾਲ ਮਾਰਦੀ ਆ ਉਹ ਖੂਹ ਦੇ ਵਿੱਚ ਤੇ ਉਹਦੀ ਜ਼ਿੰਮੇਵਾਰ ਮੈਂ ਖੁਦ ਹੋਊਂਗੀ। ਐਵੇਂ ਹੀ ਜਦੋਂ ਆਪਾਂ ਇਸ ਅੰਦੋਲਨ ਦੇ ਵਿੱਚ ਆਉਂਦੇ ਆ, ਜੇ ਲੋਕੀ ਮੈਨੂੰ ਇਹ ਗੱਲਾਂ ਕਰਦੇ ਆ ਕਿ ਤੁਹਾਨੂੰ ਪਰਚਿਆਂ ਦਾ ਕੀ ਪਤਾ ਆ, ਤੁਹਾਨੂੰ ਜੇਲ੍ਹਾਂ ਦਾ ਕੀ ਪਤਾ ਆ, ਮੈਂ ਇਹ ਦੱਸਣਾ ਚਾਹੁੰਦੀ ਆ ਭਰਾਓ ਵੀਰੋ 3 ਘੰਟੇ ਤਿਹਾੜ ਜੇਲ੍ਹ ਦੇ ਬਾਹਰ ਸੋਨੀਆ ਮਾਨ ਹੀ ਸੀਗੀ ਜਿਹੜੀ ਬਹਿ ਕੇ ਆਈ ਮਿਲਣ ਵਾਸਤੇ ਆਪਣੇ ਭਰਾਵਾਂ ਨੂੰ ਅੰਦਰ ਉੱਥੇ, ਠੀਕ ਹੈ। ਔਰ ਮੈਂ ਨਵਦੀਪ ਦੀ ਗੱਲ ਕਰਦੇ ਹੋ, ਨਵਦੀਪ ਦੇ ਕੇਸ ਦੀ ਸਟੱਡੀ ਕੀਤੀ, ਉਹਦੀ ਭੈਣ ਨੂੰ ਪੁੱਛੋ ਸੋਨੀਆ ਮਾਨ ਨੇ ਉਹਦੀ ਕੇਸ ਦੀ ਰਿਹਾਈ ਦੇ ਵਿੱਚ ਕਿੰਨੀ ਮਦਦ ਕੀਤੀ ਤੇ ਕਿੰਨੀ ਨਹੀਂ ਕੀਤੀ। ਮੈਂ ਆਪਣੇ ਮੂੰਹੋਂ ਨਹੀਂ ਬੋਲਦੀ, ਮੈਂ ਕਰਨ ਦੇ ਵਿੱਚ ਬਲੀਵ ਕਰਦੀ ਹਾਂ, ਮੈਂ ਦੱਸਣ ਦੇ ਵਿੱਚ ਬਲੀਵ ਨਹੀਂ ਕਰਦੀ। ਅੱਜ ਤੁਸੀਂ ਲੋਕਾਂ ਨੇ ਮੈਨੂੰ ਮਜਬੂਰ ਕੀਤਾ ਬੋਲਣ ਦੇ ਉੱਤੇ। ਨਵਦੀਪ ਦੀ ਭੈਣ ਤੋਂ ਤੁਸੀਂ ਪੁੱਛ ਸਕਦੇ ਹੋ ਕਿ ਸੋਨੀਆ ਮਾਨ ਨੇ ਨਵਦੀਪ ਦੀ ਕਿੰਨੀ ਹੈਲਪ ਕੀਤੀ ਹੈ ਤੇ ਕਿੰਨੀ ਨਹੀਂ ਕੀਤੀ ਹੈ। ਉਹ ਆਪਣੇ, ਮੈਂ ਚਾਹੁੰਦੀ ਸੀ ਕਿ ਉਹ ਆਪਣੇ ਮੂੰਹੋਂ ਦੱਸੇ, ਮੈਂ ਨਹੀਂ ਚਾਹੁੰਦੀ, ਮੈਨੂੰ ਪਬਲਿਸਿਟੀ ਲੈਣ ਦੀ ਲੋੜ ਨਹੀਂ ਹੈਗੀ ਲੋਕਾਂ ਨੂੰ ਜਾ ਕੇ ਦੱਸਾਂ। ਮੈਨੂੰ ਮੇਰਾ ਕੰਮ ਆ ਜਦੋਂ ਤੱਕ ਤੁਸੀਂ ਲੋਕਾਂ ਵਾਸਤੇ ਕਰਦੇ ਨਹੀਂ ਹੋ, ਤੁਸੀਂ ਬੋਲੋ ਘੱਟ ਕਰੋ ਜ਼ਿਆਦਾ। ਮੈਨੂੰ ਸਟੇਜ ਤੇ ਜਾ ਕੇ ਬੋਲਣ ਦਾ ਕੋਈ ਸ਼ੌਂਕ ਨਹੀਂ ਆਦਾ। ਮੈਨੂੰ ਲੱਗਦਾ ਪ੍ਰੈਕਟੀਕਲੀ ਅਪਰੋਚ ਤੁਸੀਂ ਲੋਕਾਂ ਦੇ ਵਿੱਚ ਵਿਚਰੋ, ਜਾ ਕੇ ਉਹਨਾਂ ਦੀ ਮਦਦ ਕਰੋ, ਕਿਸੇ ਚੀਜ਼ ਦੀ ਲੋੜ ਹੈ ਉਹਨਾਂ ਦੀ ਤੁਸੀਂ ਤਕਲੀਫ ਸੋਲਵ ਕਰੋ, ਉਹਨਾਂ ਨੂੰ ਖੁਦ ਕਹੋਗੇ ਤੁਸੀਂ ਜਿਵੇਂ ਆਪਾਂ ਕਰ ਸਕਦੇ ਆ ਤੁਸੀਂ ਵੀ ਕਰ ਸਕਦੇ ਹੋ, ਜਾ ਕੇ ਉਹ ਵੀ ਵਲੰਟੀਅਰਸ ਬਣ ਸਕਦੇ ਆ। ਮੇਰਾ ਕੰਸਰਨ ਇਹ ਆ ਵੀ ਜਿੰਨੇ ਮੇਰੇ ਭਰਾ ਆ ਅੰਦਰ ਜੇਲ੍ਹ ਦੇ ਵਿੱਚ 115 ਲੋਕੀ ਅੰਦਰ ਸੀਗੇ, ਬਾਪੂ ਵੀ ਸੀਗੇ, ਭਰਾ ਵੀ ਸੀਗੇ, ਸਾਰੇ ਹਨਾ ਅੰਦਰ ਸੀਗੇ, ਉਹਨਾਂ ਬਾਰੇ ਕਿੰਨਾ ਨੇ ਗੱਲ ਕੀਤੀ ਆ? ਉਹਨਾਂ ਦੇ ਨਾਮ ਕਿੰਨਿਆਂ ਨੂੰ ਪਤਾ ਆ? ਕਿੰਨਿਆਂ ਨੂੰ ਪਤਾ ਉਹਨਾਂ ਦੇ ਨਾਮ? ਕੀ ਗੱਲ ਉਹਨਾਂ ਦਾ ਯੋਗਦਾਨ ਘੱਟ ਸੀਗਾ ਇਸ ਅੰਦੋਲਨ ਦੇ ਵਿੱਚ? ਨਹੀਂ ਨਾ, ਉਹਨਾਂ ਦਾ ਵੀ ਨਾਮ ਹੋਣਾ ਚਾਹੀਦਾ ਆ, ਉਹਨਾਂ ਦੇ ਨਾਮ ਬਾਰੇ ਵੀ ਪਤਾ ਹੋਣਾ ਚਾਹੀਦਾ। ਐਟਲੀਸਟ ਉਹਨਾਂ ਦੇ ਘਰਦਿਆਂ ਨੂੰ ਇਹ ਤੇ ਲੱਗੇ ਵੀ ਹਾਂ ਸਾਡੇ ਬੱਚਿਆਂ ਨੇ ਕੁਝ ਕੀਤਾ ਆ, ਜੇ ਗਏ ਹੋ ਜੇਲ੍ਹ ਦੇ ਵਿੱਚ ਐਟਲੀਸਟ ਆਪਾਂ ਉਹਦਾ ਦੀ ਰਿਸਪੈਕਟ ਕਰ ਰਹੇ ਆ। ਕਈ ਲੋਕੀ ਤੇ ਵਿਚਾਰੇ ਭਟਕ ਕੇ ਅੰਦਰ ਚਲੇ ਗਏ ਸੀਗੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਇਸ ਚੀਜ਼ 'ਚ, ਨਾ ਹੀ ਉਹ ਜਾਣਾ ਚਾਹੁੰਦੇ ਸੀਗੇ। ਆਪਾਂ ਨੂੰ ਉਹਨਾਂ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਆ ਵੀਰੇ। ਆਪਾਂ ਨੂੰ 24 ਘੰਟੇ, ਔਰ ਸਭ ਤੋਂ ਜ਼ਿਆਦਾ ਮੈਨੂੰ ਦੁੱਖ ਮਹਿਸੂਸ ਪਤਾ ਕਦੋਂ ਹੁੰਦਾ ਆ? ਕੱਲ ਇਸ ਚੀਜ਼ ਦਾ ਮੈਨੂੰ ਪਤਾ ਲੱਗਾ ਵੀ ਸੱਚੀ ਇਹ ਆਈਟੀ ਸੈੱਲ ਹੀ ਆ, ਕਿਉਂਕਿ ਮੈਂ ਖੁਦ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਆ। ਮੈਂ ਖੁਦ ਮੈਂ ਖੁਦ ਪਾਠ ਕਰਦੀ ਆ ਰੋਜ਼, ਹਨਾ, ਮੈਂ ਖੁਦ ਗੁਰਦੁਆਰਾ ਸਾਹਿਬ ਜਾਂਦੀ ਆ। ਮਤਲਬ ਮੈਨੂੰ ਇਹ ਲੱਗਾ ਵੀ ਜਦੋਂ ਮੈਂ ਲੋਕਲਾਂ ਦੇ ਵਿੱਚ ਜਾ ਕੇ ਵਿਚਰਦੀ ਆ ਮੈਨੂੰ ਸਾਰੇ ਇੰਨਾ ਜ਼ਿਆਦਾ ਰਿਸਪੈਕਟ, ਇੰਨਾ ਪਿਆਰ ਕਰਦੇ ਆ, ਹਨਾ। ਜਦੋਂ ਆਪਾਂ ਆਈਟੀ ਸੈੱਲ ਦੀ ਗੱਲ ਕਰੀਏ, ਅਸੀਂ ਦੇਖਦੇ ਆ ਵੀ ਉੱਥੇ ਕੱਲ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਬੁਰੀ ਗੱਲ ਲੱਗੀ ਹੈ ਉਹ ਸੰਤਾਂ ਦੀ ਫੋਟੋ ਕਿਸੇ ਨੇ ਲਾਈ ਹੈ, ਕਿਸੇ ਬੰਦੇ ਨੇ, ਔਰ ਉਹ ਮੈਨੂੰ ਗਾਲਾਂ ਕੱਢ ਰਿਹਾ ਹੈ ਬਹੁਤ ਹੀ ਗੰਦੇ ਤਰੀਕੇ ਦੇ ਨਾਲ। ਤੁਸੀਂ ਇਹ ਸੋਚੋ ਵੀ ਸੰਤਾਂ ਦੀ ਫੋਟੋ ਲਾ ਕੇ ਕੋਈ ਮੈਨੂੰ ਗਾਲਾਂ ਕੱਢ ਸਕਦਾ? ਤੁਸੀਂ ਆਪ ਦੱਸੋ। ਮੈਂ ਸੰਤਾਂ ਦੀ ਇੰਨੀ ਰਿਸਪੈਕਟ ਕਰਦੀ ਹਾਂ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ, ਤਹਿ ਜ਼ਿੰਦਗੀ ਤੱਕ ਉਹਨਾਂ ਨੇ ਕੁੜੀਆਂ ਦੀ ਇੱਜ਼ਤ ਵਾਸਤੇ, ਕੁੜੀਆਂ ਦੀ ਰਿਸਪੈਕਟ ਵਾਸਤੇ ਉਹਨਾਂ ਨੇ ਸਾਰਿਆਂ ਨਾਲ ਲੜਾਈ ਕੀਤੀ ਹੈ, ਔਰ ਕੁੜੀਆਂ ਨੂੰ ਸਪੋਰਟ ਕੀਤੀ ਹੈ ਉਹਨਾਂ ਨੇ ਹਮੇਸ਼ਾ। ਮੈਂ ਖੁਦ ਕਹਿੰਦੀ ਆ, ਪਰ ਮੈਨੂੰ ਬਹੁਤ ਬੁਰਾ ਲੱਗਾ ਵੀ ਇਹੋ ਜਿਹੇ ਆਈਟੀ ਸੈੱਲ ਵਾਲੇ, ਆਰਐਸਐਸ ਵਾਲੇ, ਜਿਹੜੇ ਬੰਦਿਆਂ ਨੂੰ, ਜਿਹਦੇ ਬੰਦੇ ਦੇ ਖਿਲਾਫ ਮੈਂ ਬੋਲਦੀ ਪਈ ਆ, ਉਹਦੇ ਵਿੱਚ ਆਈਟੀ ਸੈੱਲ ਆਰਐਸਐਸ ਵਾਲੇ ਜਿਹੜੇ ਆ ਕਮੈਂਟ ਕਰ ਰਹੇ ਆ, ਔਰ ਮੇਰੇ ਕੋਲ ਸਕਰੀਨਸ਼ਾਟਸ ਹੈਗੇ ਆ ਜਿਹਦੇ ਵਿੱਚ ਉਹਨਾਂ ਨੇ ਸੰਤਾਂ ਦੀ ਫੋਟੋ ਲਾਈ ਆ, ਥੱਲੇ ਇੰਨੀ ਗੰਦੀਆਂ ਗਾਲਾਂ ਕੱਢੀਆਂ ਹੋਈਆਂ ਨਾ।
ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਤੁਸੀਂ ਸੰਤਾਂ ਦੀ ਫੋਟੋ ਲਾਉਂਦੇ ਹੋ ਔਰ ਤੁਸੀਂ ਗਾਲਾਂ ਕੱਢਦੇ ਜੋ। ਮਤਲਬ ਜਾਂ ਤੇ ਤੁਸੀਂ ਫਿਰ ਉਹਨਾਂ ਦੀ ਗੱਲਾਂ ਤੇ ਨਹੀਂ ਚੱਲਦੇ ਵੀ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕਾਹਦੇ ਵਾਸਤੇ ਦਿੱਤੀ ਸੀਗੀ, ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਕਹਿਣ ਤੇ ਚੱਲੋ। ਫਿਰ ਐਟਲੀਸਟ ਤੁਸੀਂ ਕਿਸੇ ਬੰਨੇ ਤੇ ਲੱਗੋ, ਕਿਸੇ ਬੰਨੇ ਤੇ ਲੱਗੋ। ਜੇ ਤੁਸੀਂ ਮੰਨਦੇ ਹੋ ਵੀ ਤੁਸੀਂ ਸੰਤਾਂ ਨੂੰ ਮੰਨਦੇ ਹੋ, ਸੰਤ ਤੇ ਕਹਿੰਦੇ ਸੀਗੇ ਧੀ ਭੈਣ ਦੀ ਇੱਜ਼ਤ ਕਰੋ, ਪਾਠ ਕਰੋ, ਗੁਰਬਾਣੀ ਪੜੋ, ਤੁਸੀਂ ਵਿਚਾਰਧਾਰਾ ਤੇ ਉਹ ਰੱਖੋ ਐਟਲੀਸਟ। ਫਿਰ ਮੈਨੂੰ ਪੱਕਾ ਪਤਾ ਲੱਗ ਗਿਆ ਵੀ ਇਹ ਜਿਹੜੇ ਫੇਕ ਲੋਕੀ ਆਈਟੀ ਸੈੱਲ ਵਾਲੇ ਆ ਨਾ, ਮੈਂ ਚਾਹੁੰਦੀ ਆ ਜਿੰਨੇ ਮੇਰੇ ਨਾਲ ਜੁੜੇ ਆ, ਜੇ ਮੇਰੇ ਕਮੈਂਟ ਸੈਕਸ਼ਨ ਦੇ ਵਿੱਚ ਆਈਟੀ ਸੈੱਲ ਵਾਲੇ ਗੰਦੇ ਕਮੈਂਟਸ ਕਰ ਰਿਹਾ ਤੇ ਤੁਸੀਂ ਜੇ ਤੁਸੀਂ ਮੇਰੀ ਰਿਸਪੈਕਟ ਕਰਦੇ ਹੋ ਤੁਸੀਂ ਉਹਦਾ ਜਵਾਬ ਵੀ ਦੇ ਸਕਦੇ ਹੋ। ਉਹਦਾ ਅੱਗੋਂ ਜਵਾਬ ਦੇਣਾ ਬਣਦਾ ਆ ਤੁਹਾਡਾ। ਮੈਂ ਕੱਲੀ ਉਹਨਾਂ ਦਾ ਜਵਾਬ ਮੈਂ ਕੱਲੀ ਸਾਹਮਣਾ ਨਹੀਂ ਕਰ ਸਕਦੀ ਇਹ ਸਾਰੀਆਂ ਗੱਲਾਂ ਦਾ। ਮੈਨੂੰ ਤੁਹਾਡੇ ਸਾਰੇ ਲੋਕਾਂ ਦੀ ਸਪੋਰਟ ਚਾਹੀਦੀ ਆ। ਜੇ ਮੇਰੀ ਮੋਰਲ ਸਪੋਰਟ ਵਾਸਤੇ ਜੇ ਤੁਸੀਂ ਮੇਰਾ ਸਾਥ ਦੇਣਾ ਚਾਹੁੰਦੇ ਹੋ, ਜੇ ਤੁਸੀਂ ਮੇਰਾ ਨਹੀਂ ਸਾਥ ਦੋਗੇ, ਮੇਰੀ ਖੁਦ ਦੀ ਮੋਰਲ ਸਪੋਰਟ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਤੇ ਡਗਮਗਾ ਜਾਊਗੀ। ਕਿਸੇ ਨਾ ਕਿਸੇ ਟਾਈਮ ਤੇ ਮੈਂ ਵੀ ਸੋਚੂੰਗੀ ਕਿ ਮੈਂ ਵੀ ਸਾਰਾ ਕੁਝ ਛੱਡ ਕੇ ਇੱਥੇ ਬੈਠੀ ਆ, ਮੈਂ ਆਪਣੇ ਪੱਲਿਓਂ ਸਾਰੀਆਂ ਚੀਜ਼ਾਂ ਲਾ ਕੇ ਮੈਨੂੰ ਕੀ ਲੋੜ ਆ। ਫਿਰ ਮੈਂ ਵੀ ਸੋਚੂੰਗੀ ਚਲੋ ਠੀਕ ਆ। ਫਿਰ ਇਸੇ ਤਰੀਕੇ ਦੇ ਨਾਲ ਸਾਰਿਆਂ ਦੀ ਜੇ ਮੋਰਲ ਸਪੋਰਟ ਐਵੇਂ ਡਾਊਨ ਜਾਊਗੀ, ਸਾਰੇ ਆਪਣੇ ਘਰ ਚਲ ਜਾਣਗੇ, ਆਪੋ ਆਪਣਾ ਕੰਮ ਕਰਨਗੇ, ਕੋਈ ਕਿਸੇ ਵਾਸਤੇ ਆਵਾਜ਼ ਨਹੀਂ ਚੁੱਕੂਗਾ, ਕੋਈ ਕਿਸੇ ਵਾਸਤੇ ਨਹੀਂ ਆਊਗਾ। ਸੋ ਇਸ ਟਾਈਮ ਤੇ ਜੇ ਤੁਸੀਂ ਘਰੇ ਵੀ ਬੈਠੇ ਹੋ, ਜੇ ਤੁਸੀਂ ਸਪੋਰਟ ਕਰਦੇ ਹੋ, ਤੁਹਾਨੂੰ ਐਟਲੀਸਟ ਮੋਰਲੀ ਸਾਨੂੰ ਸਪੋਰਟ ਕਰਨ ਦੀ ਲੋੜ ਆ। ਬਸ ਇਹੀ ਕਹਿਣਾ ਚਾਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।